ਹੈਲੋ ਗਾइस, ਟੁਡੇ ਆਰ ਟੌਪਿਕ ਇਜ਼ ਪੋਲੀਟੀਕਲ ਸਿਸਟਮ ਜਾਂ ਅਸੀਂ ਕਹਿ ਸਕਦੇ ਹਾਂ ਰਾਜਨੀਤਿਕ ਪ੍ਰਣਾਲੀ। ਸਾਡੇ ਸਾਹਮਣੇ ਕਈ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਆਉਂਦੀਆਂ ਰਾਜਨੀਤਿਕ ਪ੍ਰਣਾਲੀ ਨੂੰ ਲੈ ਕੇ। ਜਾਂ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਇਹ ਰਾਜਨੀਤਿਕ ਪ੍ਰਣਾਲੀ ਕਿਹਦੀ ਉਪਜ ਹੈ, ਜਾਂ ਫਿਰ ਇਹ ਕਿਸ ਚੀਜ਼ਾਂ ਦੇ ਬਦਲਾਵ ਦੇ ਨਾਲ, ਕਿਹੜੀਆਂ ਵਿਚਾਰਧਾਰਾਵਾਂ ਥੋਟਸ ਦੇ ਬਦਲਾਵ ਦੇ ਨਾਲ ਜਿਹੜਾ ਅੱਜ ਸਾਡੇ ਸਾਹਮਣੇ ਰਾਜਨੀਤਿਕ ਪ੍ਰਣਾਲੀ ਹੈ ਉਹ ਆਈ। ਵੈਸੇ ਤਾਂ ਕਹਿਣ ਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਰਾਜਨੀਤਿਕ ਪ੍ਰਣਾਲੀ ਹੈ ਉਹ ਹਰ ਤਰ੍ਹਾਂ ਦੇ ਸਮਾਜ ਵਿੱਚ ਪਾਈ ਜਾਂਦੀ ਹੈ। ਇਹਦੀ ਉਪਜ ਕਹਿ ਲਓ ਕਿ ਪ੍ਰਕਿਰਤੀ, ਸਾਡੀ ਨੇਚਰ ਤੋਂ, ਕੁਦਰਤ ਤੋਂ ਹੀ ਸਾਨੂੰ ਦੇਖਣ ਨੂੰ ਮਿਲਦੀ ਹੈ। ਕਿਉਂਕਿ ਕੁਦਰਤ ਦੇ ਵਿੱਚ ਵੀ ਅਸੀਂ ਇੱਕ ਰੂਲ ਹੈ, ਇੱਕ ਨਿਯਮ ਹੈ ਕਿ ਜੋ ਵੀ ਸ਼ਕਤੀਸ਼ਾਲੀ ਹੋਏਗਾ, ਠੀਕ ਹੈ ਨਾ, ਜਿਸ ਦੇ ਕੋਲ ਵੀ ਸ਼ਕਤੀ ਹੈ, ਚਾਹੇ ਉਹ ਦਿਮਾਗੀ ਸ਼ਕਤੀ ਹੈ, ਚਾਹੇ ਉਹ ਸਰੀਰਕ ਸ਼ਕਤੀ ਹੈ, ਕਿ ਉਹ ਆਪਣਾ ਜਿਹੜਾ ਦਬਾਅ ਹੈ ਜਾਂ ਦਬਦਬਾ ਹੈ ਕਿਸੇ ਦੇ ਉੱਪਰ ਬਹੁਤ ਆਸਾਨੀ ਨਾਲ ਪਾ ਕੇ ਉਸ ਨੂੰ ਪ੍ਰਭਾਵਿਤ ਕਰ ਲੈਂਦਾ ਹੈ। ਅਤੇ ਗਾਈਜ਼, ਇਹੀ ਥੋਟ ਹੈ, ਇਹੀ ਵਿਚਾਰਧਾਰਾ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੰਮ ਕਰਦੀ ਹੈ। ਔਰ ਇਸੇ ਨੂੰ ਪਾਉਣ ਦੇ ਲਈ, ਇਸੇ ਸ਼ਕਤੀ ਨੂੰ ਪਾਉਣ ਦੇ ਲਈ ਇੱਕ ਪ੍ਰਣਾਲੀ ਹੈ ਜਿਹੜੀ ਪੂਰੀ ਤੇ ਪੂਰੀ ਕੰਮ ਕਰਦੀ ਹੈ। ਇਹ ਆਧੁਨਿਕ ਜਿਹੜਾ ਰਾਜਨੀਤਿਕ ਸ਼ਾਸਤਰ ਹੈ, ਇਹਦੀ ਕੇਂਦਰੀ ਧਾਰਨਾ ਹੈ। ਕਹਿ ਲਓ ਕਿ ਹੌਲੀ ਹੌਲੀ ਰਾਜਨੀਤੀ ਦੇ ਵਿੱਚ ਆਏ ਬਦਲਾਵ ਦੇ ਕਾਰਨ ਅੱਜ ਸਾਡੇ ਸਾਹਮਣੇ ਜਿਹੜੀ ਮਾਡਰਨ ਆਧੁਨਿਕ ਰਾਜਨੀਤਿਕ ਸ਼ਾਸਤਰ ਹੈ ਉਹ ਕਹਿ ਲਓ ਕਿ ਉਹਦੇ ਵਿੱਚ ਪੁਰਾਣੀ ਰਾਜਨੀਤੀ ਦੇ ਵਿੱਚ ਹੋਏ ਬਦਲਾਵ ਦਾ ਕਾਰਨ ਹੈ। ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਬਿਹੇਵੀਅਰਲਿਜ਼ਮ, ਜਿਸ ਨੂੰ ਅਸੀਂ ਵਿਵਹਾਰਵਾਦ ਦੇ ਨਾਂ ਨਾਲ ਜਾਣਦੇ ਹਾਂ, ਜੇ ਲੋਕਾਂ ਦੇ ਸੁਭਾਅ ਦੇ ਵਿੱਚ ਜਿਹੜੀ ਜਾਂ ਸੋਚ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਦੇ ਬਾਰੇ ਜੋ ਵਿਚਾਰ ਹੈ ਉਹਦੇ ਵਿੱਚ ਟਾਈਮ ਟੂ ਟਾਈਮ ਸਮੇਂ ਦੇ ਨਾਲ ਕੁਝ ਬਦਲਾਵ ਆਉਂਦੇ ਗਏ, ਔਰ ਉਹਨਾਂ ਬਦਲਾਵਾਂ ਨੇ ਹੀ ਇਸ ਰਾਜਨੀਤਿਕ ਪ੍ਰਣਾਲੀ ਨੂੰ ਜਨਮ ਦਿੱਤਾ। ਇਹ ਵੀ ਇੱਕ ਤਰ੍ਹਾਂ ਦੀ ਇੱਕ ਕ੍ਰਾਂਤੀ ਹੀ ਹੋਈ। ਔਰ ਸਭ ਤੋਂ ਪਹਿਲੀ ਵਾਰੀ ਡੇਵਿਡ ਈਸਟਨ ਨੇ ਜਿਹੜੀ ਬੁੱਕ ਪ੍ਰਕਾਸ਼ਿਤ ਕੀਤੀ ਸੀ, ਦਾ ਪੋਲੀਟੀਕਲ ਸਿਸਟਮ, ਇਹ ਕਹਿ ਲਓ ਕਿ ਧਾਰਨਾ ਦੀ ਉਪਜ ਸਭ ਤੋਂ ਪਹਿਲਾਂ ਅਸੀਂ ਜਿਹਨਾਂ ਨੂੰ ਮੰਨਦੇ ਹਾਂ ਉਹ ਡੇਵਿਡ ਈਸਟਨ ਨੂੰ ਮੰਨਦੇ ਹਾਂ। ਹੁਣ ਸਭ ਤੋਂ ਪਹਿਲਾਂ ਸਾਡੇ ਲਈ ਇਹ ਜ਼ਰੂਰੀ ਹੈ ਕਿ ਰਾਜਨੀਤਿਕ ਪ੍ਰਣਾਲੀ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ, ਉਹਦਾ ਮਤਲਬ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਉਣਾ ਚਾਹੀਦਾ ਇਸ ਪੂਰੇ ਦੇ ਪੂਰੇ ਪਾਠ ਨੂੰ ਸਮਝਣ ਦੇ ਲਈ। ਇਸ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਸਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਇਹਨਾਂ ਦੇ ਦੋਨਾਂ ਵਰਡਸ ਹੈ ਜਿਹੜੇ ਸਾਡੇ ਕੋਲ, ਰਾਜਨੀਤੀ ਅਤੇ ਪ੍ਰਣਾਲੀ, ਉਹਨਾਂ ਦਾ ਦੋਨਾਂ ਦਾ ਅਲੱਗ-ਅਲੱਗ ਅਰਥ ਸਮਝਾਂਗੇ। ਰਾਜਨੀਤਿਕ ਪ੍ਰਣਾਲੀ ਸ਼ਬਦ ਦੋ ਸ਼ਬਦਾਂ ਦੇ, ਰਾਜਨੀਤਿਕ ਅਤੇ ਪ੍ਰਣਾਲੀ ਦੇ ਸੁਮੇਲ ਤੋਂ ਬਣਾਇਆ ਗਿਆ ਹੈ, ਦੋ ਸ਼ਬਦਾਂ ਦਾ। ਜਿਵੇਂ ਇੱਕ ਸਾਡਾ ਸਰੀਰ ਹੁੰਦਾ ਹੈ, ਪਰ ਇਕੱਲਾ ਸਰੀਰ ਕੰਮ ਨਹੀਂ ਕਰਦਾ। ਸਰੀਰ ਨੂੰ ਕੰਮ ਕਰਨ ਦੇ ਲਈ ਉਹਦੇ ਅੰਦਰੂਨੀ ਅਤੇ ਬਾਹਰੀ ਜਿੰਨੇ ਵੀ ਉਹਦੇ ਪਾਰਟ ਹਨ ਉਹ ਮਿਲ ਕੇ ਸਰੀਰ ਨੂੰ ਕੰਮ ਕਰਨ ਲਾਇਕ ਬਣਾਉਂਦੇ ਹਨ। ਇਸੇ ਤਰ੍ਹਾਂ ਇੱਕ ਰਾਜਨੀਤੀ ਜਿਹੜੀ ਹੈ, ਪੋਲੀਟਿਕਸ ਹੈ, ਉਹ ਵੀ ਇਕੱਲੀ ਕੰਮ ਨਹੀਂ ਕਰਦੀ ਹੈ। ਉਸ ਨੂੰ ਪੂਰਾ ਦਾ ਪੂਰਾ ਕੰਮ ਕਰਨ ਦੇ ਲਈ ਜਾਂ ਗਤੀਸ਼ੀਲਤਾ ਦੇਣ ਦੇ ਲਈ ਉਹਦੇ ਨਾਲ ਪ੍ਰਣਾਲੀ ਵਰਡ ਜੋੜਿਆ ਗਿਆ ਹੈ। ਹੁਣ ਅਸੀਂ ਇਹਨਾਂ ਦੋਹਾਂ ਦੇ ਜਿਹੜੇ ਵਰਡ ਹੈ ਉਹਨਾਂ ਦੇ ਅਰਥਾਂ ਨੂੰ ਸਮਝਾਂਗੇ। ਰਾਜਨੀਤੀ ਸ਼ਬਦ ਦਾ ਅਰਥ ਹੈ, ਰਾਜਨੀਤੀ ਸ਼ਬਦ ਸ਼ਕਤੀ ਅਤੇ ਸੱਤਾ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਹੈ ਕਿ ਇਹ ਕਹਿ ਲਓ ਕਿ ਕੁਦਰਤ ਤੋਂ ਚੱਲਿਆ ਆਇਆ ਨਿਯਮ ਹੈ ਕਿ ਸ਼ਕਤੀ ਦੀ ਜਿਹੜੀ ਭੁੱਖ ਹੈ ਨਾ, ਉਹ ਨੇਚਰ ਤੋਂ ਵੀ ਅਸੀਂ ਦੇਖਦੇ ਹਾਂ। ਸ਼ੇਰ ਸ਼ਕਤੀਸ਼ਾਲੀ ਹੁੰਦਾ, ਉਸ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ। ਕਿਉਂਕਿ ਸਭ ਉਸ ਤੋਂ ਡਰਦੇ ਹੈ। ਇਸੇ ਤਰ੍ਹਾਂ ਹੀ ਕਹਿ ਲਓ ਰਾਜਨੀਤੀ ਦੇ ਵਿੱਚ ਵੀ ਇੱਕ ਸ਼ਕਤੀ ਨੂੰ ਪਾਉਣ ਦੇ ਲਈ ਇੱਕ ਸ਼ਕਤੀ ਕਦੋਂ ਪ੍ਰਯੋਗ ਕਰ ਸਕਦੇ ਹੋ ਅਸੀਂ, ਜਦੋਂ ਸਾਡੇ ਕੋਲ ਕੋਈ ਸੱਤਾ ਹੋਏਗੀ, ਠੀਕ ਹੈ। ਔਰ ਉਸ ਸੱਤਾ ਦੀ ਪ੍ਰਾਪਤੀ ਦੇ ਲਈ ਸ਼ਕਤੀ ਦਾ ਪ੍ਰਯੋਗ ਜਾਂ ਇਹਨਾਂ ਦੋ ਸ਼ਬਦਾਂ ਦੇ ਮੇਲ ਤੋਂ ਇਹ ਚੀਜ਼ ਬਣੀ ਹੈ। ਜਿਸ ਜਗ੍ਹਾ 'ਤੇ ਤੁਹਾਨੂੰ ਸੱਤਾ ਜਾਂ ਕਹਿ ਲਓ ਕਿ ਸ਼ਕਤੀ ਮਿਲੇਗੀ, ਉਸ ਚੀਜ਼ ਸਾਨੂੰ ਪਤਾ ਲੱਗੇਗਾ ਕਿ ਉਹ ਕਿਸ ਚੀਜ਼ ਬਾਰੇ ਸਾਨੂੰ ਦੱਸ ਰਹੀ ਹੈ, ਕਿ ਉਹ ਰਾਜਨੀਤੀ ਨੂੰ ਬਿਲੋਂਗ ਕਰਦੀ ਹੈ। ਪ੍ਰਣਾਲੀ ਸ਼ਬਦ ਹੁਣ ਕੀ ਹੈ? ਪ੍ਰਣਾਲੀ ਇੱਕ ਪੂਰਨ ਇਕਾਈ ਹੁੰਦੀ ਹੈ ਜਿਹੜੀ ਉਸ ਨੂੰ ਆਪਣੇ ਆਪ ਵਿੱਚ ਪੂਰਾ ਕਰਦੀ ਹੈ। ਇਸ ਤੋਂ ਬਿਨਾਂ ਇੱਕ ਰਾਜਨੀਤੀ ਦੀ ਕਹਿ ਲਓ ਕਿ ਅਸੀਂ ਕਲਪਨਾ ਨਹੀਂ ਕਰ ਸਕਦੇ, ਜਿਹੜੀ ਕਈ ਭਾਗਾਂ ਦੇ ਮਿਲਣ ਨਾਲ ਬਣਦੀ ਹੈ, ਜਿਹਦੇ ਵਿੱਚ ਕੁਝ ਸਰਕਾਰੀ, ਕੁਝ ਗੈਰ ਸਰਕਾਰੀ, ਇਹੋ ਜਿਹੀਆਂ ਸੰਸਥਾਵਾਂ, ਹਿੱਤ ਸਮੂਹ, ਦਬਾਅ ਸਮੂਹ, ਜਿਹੜੇ ਕਿ ਕਿਸੇ ਨਾ ਕਿਸੇ ਤਰੀਕੇ ਰਾਜਨੀਤੀ ਨੂੰ ਹਮੇਸ਼ਾ ਪ੍ਰਭਾਵਿਤ ਕਰਦੇ ਰਹਿੰਦੇ ਆ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ, ਠੀਕ ਹੈ। ਜਾਂ ਫਿਰ ਉਸ ਨੂੰ ਸੱਤਾ ਦੇ ਬਾਰੇ 'ਚ ਕਹਿਣ ਲਈ ਕਿ ਉਹ ਸੱਤਾ ਦੀ ਪ੍ਰਾਪਤੀ ਕਰਵਾਉਣ ਵਿੱਚ ਉਸ ਦੀ ਸਹਾਇਤਾ ਕਰਨਗੇ ਜਾਂ ਜ਼ਿੰਮੇਵਾਰ ਹੋਣਗੇ। ਤਾਂ ਇਹ ਸਾਰੀਆਂ ਚੀਜ਼ਾਂ ਜੋ ਕਿ ਰਾਜਨੀਤੀ ਨਾ ਹੁੰਦਿਆਂ ਹੋਇਆਂ ਪਰ ਰਾਜਨੀਤੀ ਨੂੰ ਕਿਸੇ ਨਾ ਕਿਸੇ ਤਰੀਕੇ ਪ੍ਰਭਾਵਿਤ ਕਰਦੀਆਂ ਹਨ, ਉਸ ਨੂੰ ਅਸੀਂ ਪ੍ਰਣਾਲੀ ਸ਼ਬਦ ਕਹਿੰਦੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਇਹ ਦੋਨੋਂ ਸ਼ਬਦ ਬਹੁਤ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਹੁਣ ਅਸੀਂ ਇਹਨਾਂ ਬਾਰੇ ਕਹਿ ਲਓ ਕਿ ਸੰਖੇਪ 'ਚ ਪੜ੍ਹਾਂਗੇ। ਰਾਜਨੀਤਿਕ ਪ੍ਰਣਾਲੀ ਦਾ ਅਰਥ। ਰਾਜਨੀਤਿਕ ਪ੍ਰਣਾਲੀ ਕਹਿੰਦੇ ਅੰਤਰ ਕਿਰਿਆਵਾਂ ਅਤੇ ਸੰਰਚਨਾਵਾਂ ਦਾ ਇੱਕ ਅਜਿਹਾ ਸਮੂਹ ਹੈ
ਜਿਸ ਦੇ ਅੰਦਰ ਕਈ ਤਰ੍ਹਾਂ ਦੀਆਂ ਕਿਰਿਆਵਾਂ ਹੁੰਦੀਆਂ, ਜਿਸ ਦੇ ਨਾਲ ਕਈ ਆਰਗੇਨਾਈਜੇਸ਼ਨ, ਸੰਗਠਨ, ਸਮੂਹ ਜੁੜੇ ਹੁੰਦੇ ਹਨ। ਇਸ ਦੁਆਰਾ ਲਏ ਗਏ ਫੈਸਲਿਆਂ ਪਿੱਛੇ ਕਾਨੂੰਨੀ ਤਾਕਤ, ਕਾਨੂੰਨੀ ਸ਼ਕਤੀ ਹੁੰਦੀ ਹੈ ਅਤੇ ਇਸ ਦਾ ਇਹ ਗੁਣ ਬਾਕੀ ਪ੍ਰਣਾਲੀਆਂ ਨਾਲੋਂ ਇਸ ਨੂੰ ਅਲੱਗ ਕਰਦਾ ਹੈ। ਮੰਨ ਲਓ ਹੁਣ ਟੀਚਰ ਹੈ, ਠੀਕ ਹੈ ਨਾ, ਜਿੰਨੇ ਵੀ ਅਧਿਆਪਕ ਸੰਸਥਾਵਾਂ ਬਣਾਈਆਂ ਗਈਆਂ ਹਨ ਜਾਂ ਕੁਝ ਹੋਰ ਹੈ, ਉਹਨਾਂ ਦਾ ਜਿਹੜਾ ਕੰਮ ਹੈ ਇੱਕ ਰੈਗੂਲਰ ਕਹਿ ਲਓ ਕਿ ਸਕੂਲ ਦੇ ਵਿੱਚ ਹੀ ਚੱਲਣਾ ਹੈ ਜਾਂ ਜਿਹੜੀ ਸੰਸਥਾ ਨੂੰ ਬਿਲੋਂਗ ਕਰਦੇ ਉੱਥੇ ਹੀ ਚੱਲਣਾ ਹੈ। ਲੇਕਿਨ ਜਿਹੜੀ ਇੱਕ ਰਾਜਨੀਤੀ ਪ੍ਰਣਾਲੀ ਹੈ ਉਹ ਕਈ ਤਰ੍ਹਾਂ ਦੀਆਂ ਹੋਰ ਕਿਰਿਆਵਾਂ ਨਾਲ ਜੁੜੀ ਹੁੰਦੀ ਹੈ, ਕਈ ਤਰ੍ਹਾਂ ਦੇ ਹੋਰ ਸਮੂਹਾਂ ਨਾਲ ਜੁੜੀ ਹੁੰਦੀ ਹੈ, ਜਿਹੜੇ ਇੱਕ ਦੂਜੇ ਤੋਂ ਕੰਮ ਕਰਵਾਉਣ ਦੇ ਲਈ ਇੱਕ ਦੂਜੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਾਵਿਤ ਕਰਦੇ ਹਨ। ਠੀਕ ਹੈ, ਤਾਂ ਇਸ ਦੇ ਪਿੱਛੇ ਕੀ ਹੈ, ਕਾਨੂੰਨੀ ਸ਼ਕਤੀ ਵੀ ਹੈ, ਕਾਨੂੰਨ ਵੱਲੋਂ ਇਹਨਾਂ ਨੂੰ ਸ਼ਕਤੀ ਦਿੱਤੀ ਗਈ ਹੈ, ਇਹ ਫੈਸਲਿਆਂ ਨੂੰ ਲੈਂਦੇ ਹਨ। ਠੀਕ ਹੈ, ਇਹ ਗੁਣ ਕਹਿੰਦੇ ਕਿ ਬਾਕੀ ਸਾਰੀਆਂ ਕਿੰਨੀਆਂ ਵੀ ਪ੍ਰਣਾਲੀਆਂ ਹੁਣ ਸਾਨੂੰ ਦੇਖਣ ਨੂੰ ਨਹੀਂ ਮਿਲਦਾ। ਹੁਣ ਅਸੀਂ ਕਰਾਂਗੇ ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ। ਸਾਡੇ ਸਾਹਮਣੇ ਆ ਦੋ ਪਰਿਭਾਸ਼ਾਵਾਂ, ਕਹਿਣ ਨੂੰ ਤਾਂ ਪਰਿਭਾਸ਼ਾਵਾਂ ਗਾਇਜ਼ ਬਹੁਤ ਸਾਰੀਆਂ ਹਨ, ਬਟ ਤੁਹਾਨੂੰ ਜੋ ਚੰਗੀ ਲੱਗੇ ਮੈਂ ਇਹੀ ਕਹੂੰਗੀ ਕਿ ਤੁਸੀਂ ਉਸ ਨੂੰ ਯਾਦ ਕਰਨਾ। ਰਾਬਰਟ ਡਾਹਲ ਦੇ ਅਨੁਸਾਰ, ਅਕੋਰਡਿੰਗ ਟੂ ਰਾਬਰਟ ਡਾਹਲ, ਰਾਜਨੀਤਿਕ ਪ੍ਰਣਾਲੀ ਮਨੁੱਖੀ ਸੰਬੰਧਾਂ ਦਾ ਸਥਾਈ ਨਮੂਨਾ ਹੈ, ਇੱਕ ਪਰਮਾਨੈਂਟ ਸਮੂਹ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਜਿੰਦੇ ਵਿੱਚ ਕਾਫੀ ਮਾਤਰਾ ਵਿੱਚ ਕੀ ਹੁੰਦਾ ਹੈ ਗਾਇਜ਼, ਸ਼ਕਤੀ, ਪਾਵਰ, ਸ਼ਾਸਨ, ਐਡਮਿਨਿਸਟ੍ਰੇਸ਼ਨ ਜਾਂ ਫਿਰ ਸੱਤਾ ਦੀ ਪ੍ਰਾਪਤੀ ਦੇ ਲਈ ਇਸ ਸ਼ਕਤੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਾਂ ਸ਼ਾਸਨ ਨੂੰ ਚਲਾਉਣ ਦੇ ਲਈ ਹੀ ਸੱਤਾ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਠੀਕ ਹੈ ਨਾ। ਡੇਵਿਡ ਈਸਟਨ ਦੇ ਅਨੁਸਾਰ, ਅਕੋਰਡਿੰਗ ਟੂ ਡੇਵਿਡ ਈਸਟਨ, ਰਾਜਨੀਤਿਕ ਪ੍ਰਣਾਲੀ ਅੰਤਰ ਕਿਰਿਆਵਾਂ ਦਾ ਸਮੂਹ ਹੈ ਜਿਹੜੀਆਂ ਇਹਦੀਆਂ ਅੰਦਰੂਨੀ ਤੌਰ 'ਤੇ ਜੋ ਕਿਰਿਆਵਾਂ ਜਾਂ ਐਕਟੀਵਿਟੀਜ਼ ਜਾਂ ਫੰਕਸ਼ਨਸ ਹੁੰਦੇ ਹਨ ਉਹਨਾਂ ਦਾ ਇੱਕ ਬਣਾਇਆ ਗਿਆ ਇਹੋ ਜਿਹਾ ਗਰੁੱਪ ਹੈ ਜਿਹੜਾ ਡਿਫਰੈਂਟ ਟਾਈਪ ਆਫ ਕਹਿ ਲਓ ਗਰੁੱਪਸ ਦੇ ਥਰੂ ਬਣਾਇਆ ਜਾਂਦਾ ਹੈ, ਸੰਸਥਾਵਾਂ ਦੇ ਥਰੂ ਬਣਾਇਆ ਜਾਂਦਾ ਹੈ। ਇਹ ਸਮਾਜਿਕ ਪ੍ਰਣਾਲੀ ਦਾ ਇੱਕ ਹਿੱਸਾ ਹੈ ਔਰ ਇਹ ਸਮਾਜਿਕ ਪ੍ਰਣਾਲੀ ਦਾ ਹਿੱਸਾ ਇਸ ਕਰਕੇ ਹੈ ਕਿਉਂਕਿ ਜਿਹੜੀ ਇਹਦੀ ਹੋਂਦ ਹੈ ਉਹ ਸਮਾਜ ਵਿੱਚ ਹੀ ਹੈ। ਸਮਾਜ ਤੋਂ ਬਾਹਰ ਤੁਹਾਨੂੰ ਕੋਈ ਰਾਜਨੀਤਿਕ ਪ੍ਰਣਾਲੀ ਨਹੀਂ ਮਿਲੇਗੀ ਅਤੇ ਇਸ ਕੋਲ ਸੱਤਾ ਹੁੰਦੀ ਹੈ, ਇਸ ਕੋਲ ਇੱਕ ਪਾਵਰ ਹੁੰਦੀ ਹੈ। ਠੀਕ ਹੈ ਨਾ, ਇੱਕ ਸੱਤਾ ਹੁੰਦੀ ਹੈ ਜਿਸ ਦਾ ਪ੍ਰਯੋਗ ਕਰਦਿਆਂ ਹੋਇਆ, ਸੱਤਾ ਕਿਸ ਨੂੰ ਕਹਿੰਦੇ ਆ, ਜਿੰਦੇ ਪਿੱਛੇ ਕਾਨੂੰਨੀ ਸ਼ਕਤੀ ਹੈ ਔਰ ਉਸ ਕਾਨੂੰਨੀ ਸ਼ਕਤੀ ਦੇ ਡਰ ਤੋਂ ਕਹਿ ਲਓ ਜਾਂ ਨਿਯਮਾਂ ਦੇ ਵਜ੍ਹਾ ਨਾਲ ਕਹਿ ਲਓ, ਲੋਕ ਇਹਨਾਂ ਦੇ ਦੁਆਰਾ ਬਣਾਏ ਗਏ ਰੂਲਸ ਔਰ ਰੈਗੂਲੇਸ਼ਨਸ ਜਿਹੜੇ ਹੁੰਦੇ ਆ ਹਰ ਕੋਈ ਫੋਲੋ ਕਰਦਾ, ਹਰ ਕੋਈ ਮੰਨਦਾ, ਜਿਸ ਰਾਹੀਂ ਅਸੀਂ ਆਪਣੀਆਂ ਇੱਛਾਵਾਂ ਨੂੰ ਦੂਸਰਿਆਂ ਉੱਤੇ ਠੋਸ ਸਕਦੇ ਹਾਂ। ਕਿ ਇਹੀ ਰੀਜ਼ਨਸ ਹੈ ਕਿ ਜੋ ਵੀ ਸਾਡੇ ਲੀਡਰਸ ਦੇ ਅਕੋਰਡਿੰਗ ਜੋ ਸਾਡੇ ਦੇਸ਼ ਲਈ ਨਿਯਮਸ ਬਣਾਏ ਜਾਂਦੇ ਆ, ਕਾਨੂੰਨ ਪਾਸ ਕੀਤੇ ਜਾਂਦੇ ਆ, ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ। ਇਹੀ ਸ਼ਕਤੀ ਦੇ ਪ੍ਰਯੋਗ ਦੀ ਵਜ੍ਹਾ ਨਾਲ ਉਹ ਇਸ ਪਾਵਰ ਨੂੰ ਪ੍ਰਯੋਗ ਕਰ ਪਾਉਂਦੇ ਆ। ਹੁਣ ਅਸੀਂ ਕਰਾਂਗੇ ਰਾਜਨੀਤਿਕ ਪ੍ਰਣਾਲੀ। ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ। ਸਭ ਤੋਂ ਪਹਿਲਾਂ ਇਹ ਇੱਕ ਅੰਤਰ ਕਿਰਿਆਵਾਂ ਦਾ ਸਮੂਹ ਹੈ। ਇੰਟਰਨਲ ਐਕਟੀਵਿਟੀਜ਼ ਇਸ ਆਰਗੇਨਾਈਜੇਸ਼ਨਸ ਦੇ ਵਿੱਚ ਹਮੇਸ਼ਾ ਹੁੰਦੀਆਂ ਰਹਿੰਦੀਆਂ ਹਨ। ਮਨੁੱਖੀ ਸੰਬੰਧਾਂ ਦਾ ਸਥਾਈ ਨਮੂਨਾ ਹੈ। ਇਹਦੇ ਵਿੱਚ ਜਿਹੜੇ ਲੋਕ ਹੈ ਇੱਕ ਦੂਜੇ ਨਾਲ ਸਥਾਈ ਕਹਿ ਲਓ, ਅਸਥਾਈ ਕਹਿ ਲਓ, ਇਹਦੇ ਨਾਲ ਜੁੜੇ ਹੁੰਦੇ ਹਨ। ਸਥਾਈ ਪਰਮਾਨੈਂਟ ਇੱਕ ਸਪੈਸੀਫਿਕ ਪੋਲੀਟੀਕਲ ਪਾਰਟੀ ਨੂੰ ਕਹਿ ਲਓ ਕਿ ਰਾਜਨੀਤਿਕ ਦਲ ਨੂੰ ਨਾਲ ਸੰਬੰਧਿਤ ਹੁੰਦਾ ਹੈ ਔਰ ਉਸ ਨੂੰ ਰੀਪ੍ਰਜੈਂਟ ਕਰਦਾ ਹੈ। ਨਿਰੰਤਰ ਪ੍ਰਕਿਰਿਆਵਾਂ, ਇਹ ਆਪਣੇ ਆਪ ਨੂੰ ਸੱਤਾ ਦੀ ਪ੍ਰਾਪਤੀ ਦੇ ਲਈ ਹਮੇਸ਼ਾ ਇਹਦੇ ਅੰਦਰ ਜਿਹੜੀਆਂ ਪ੍ਰਕਿਰਿਆਵਾਂ ਹੈ ਉਹ ਚੱਲਦੀਆਂ ਰਹਿੰਦੀਆਂ ਹਨ। ਸਰਵ ਵਿਆਪਕ, ਹਰ ਥਾਂ 'ਤੇ ਪਾਇਆ ਜਾਂਦਾ ਹੈ। ਕਿਤੇ ਵੀ ਤੁਸੀਂ ਚਲੇ ਜਾਓ, ਕਿਸੇ ਵੀ ਕੰਟਰੀ 'ਚ ਚਲੇ ਜਾਓ, ਕਿਸੇ ਵੀ ਸਟੇਟ 'ਚ ਚਲੇ ਜਾਓ, ਤੁਹਾਨੂੰ ਰਾਜਨੀਤਿਕ ਪ੍ਰਣਾਲੀ ਜਿਹੜੀ ਹੈ ਦੇਖਣ ਨੂੰ ਮਿਲੇਗੀ। ਅਲੱਗ-ਅਲੱਗ ਤਰ੍ਹਾਂ ਦੇ ਰਾਜਨੀਤਿਕ ਸਮੂਹਾਂ ਦੇ ਵਿੱਚ ਦੇਖਣ ਨੂੰ ਮਿਲੇਗੀ। ਇਹਦੇ ਵਿੱਚ ਕੁਝ ਰਸਮੀ ਅਤੇ ਗੈਰ ਰਸਮੀ, ਜਿਹਨੂੰ ਅਸੀਂ ਕਰਾਂਗੇ ਫਾਰਮਲ ਅਤੇ ਇਨਫਾਰਮਲ, ਜਿਹੜੇ ਸਰਕਾਰੀ ਹੁੰਦੇ ਆ ਜਾਂ ਗੈਰ ਸਰਕਾਰੀ। ਠੀਕ ਹੈ, ਜਿਸ ਵੀ ਢੰਗ ਨਾਲ ਤੁਹਾਨੂੰ ਸਮਝ ਆਏਗਾ ਇਸ ਤਰ੍ਹਾਂ ਦੇ ਕਈ ਢਾਂਚੇ ਜਾਂ ਸਮੂਹਾਂ ਨਾਲ ਜੁੜੀ ਹੁੰਦੀ ਹੈ। ਹੁਣ ਅਸੀਂ ਪੜ੍ਹਾਂਗੇ ਰਾਜਨੀਤਿਕ ਪ੍ਰਣਾਲੀ ਦਾ ਵਾਤਾਵਰਨ ਜਾਂ ਇਨਵਾਇਰਮੈਂਟ ਕੀ ਹੁੰਦੀ ਹੈ। ਬੱਚਿਆਂ ਨੂੰ ਇਹ ਚੀਜ਼ ਨੂੰ ਦੇਖ ਕੇ ਕਈ ਵਾਰ ਬਹੁਤ ਕਨਫਿਊਜ਼ਨ ਹੋ ਜਾਂਦੀ ਹੈ ਕਿ ਬਈ ਇਹ ਕੰਪਿਊਟਰ ਦਾ ਡਾਇਗਰਾਮ ਜਿਹਾ ਸਾਡੇ ਸਾਹਮਣੇ ਕਿੱਥੋਂ ਪਾ ਦਿੱਤਾ ਤਾਂ ਗਿਆ। ਤਾਂ ਗਾਈਜ਼ ਇਹ ਰਾਜਨੀਤਿਕ ਪ੍ਰਣਾਲੀ ਦੇ ਵਾਤਾਵਰਨ, ਇਨਵਾਇਰਮੈਂਟ ਨੂੰ ਕਿਵੇਂ ਪ੍ਰਭਾਵਿਤ ਕਰਦਾ ਜਾਂ ਸਮਝਣ 'ਚ ਕਿਵੇਂ ਸਹਾਇਤਾ ਕਰਦਾ ਹੈ। ਹੁਣ ਸਾਡੇ ਕੋਲ ਕੀ ਆ ਜਾਂਦਾ ਹੈ, ਮੰਗਾਂ ਅਤੇ ਨਿਰਣੇ। ਜਿਹੜੀ ਸਰਕਾਰ ਹੁੰਦੀ ਹੈ ਉਹ ਦੋ ਤਰ੍ਹਾਂ ਦੇ ਕੰਮ ਕਰਦੀ ਹੈ, ਨਿਵੇਸ਼ ਅਤੇ ਨਿਕਾਸ, ਜਿਹਨੂੰ ਅਸੀਂ ਕਹਾਂਗੇ ਇਨਪੁਟ ਅਤੇ ਆਊਟਪੁੱਟ। ਇਨਪੁਟ ਫੰਕਸ਼ਨਸ ਦੇ ਵਿੱਚ ਸਾਡੇ ਕੋਲ ਆ ਜਾਣਗੀਆਂ ਮੰਗਾਂ ਅਤੇ ਸਮਰਥਨ। ਆਊਟਪੁੱਟ ਫੰਕਸ਼ਨਸ 'ਚ ਆ ਜਾਣਗੇ ਨਿਰਣੇ ਅਤੇ ਨੀਤੀਆਂ, ਅਤੇ ਲਾਸਟ ਵਿੱਚ ਆ ਜਾਂਦੀ ਆ ਉਹਨਾਂ ਦੀ ਫੀਡਬੈਕ। ਔਰ ਇਹ ਸਰਕਲ ਜਿਹੜਾ ਹੈ ਹਮੇਸ਼ਾ ਚੱਲਦਾ ਰਹਿੰਦਾ ਹੈ। ਇਹ ਕਿਵੇਂ ਚੱਲਦਾ ਰਹਿੰਦਾ ਹੈ ਉਹ ਮੈਂ ਤੁਹਾਨੂੰ ਹੁਣੇ ਸਮਝਾ ਰਹੀ ਹਾਂ। ਪੂਰਾ ਦਾ ਪੂਰਾ ਕਹਿ ਲਓ ਕੰਟਰੀ ਹੈ ਉਹ ਅਲੱਗ-ਅਲੱਗ ਤਰ੍ਹਾਂ ਦੇ ਰਾਜਨੀਤਿਕ ਸਮੂਹਾਂ ਦੇ ਵਿੱਚ ਵੰਡਿਆ ਹੁੰਦਾ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਰਾਜਨੀਤਿਕ
ਪਾਰਟੀਆਂ ਨੂੰ ਮਾਨਤਾਵਾਂ ਦਿੱਤੀਆਂ ਗਈਆਂ ਹੁੰਦੀਆਂ ਹਨ ਔਰ ਹਰੇਕ ਪਾਰਟੀ ਦੀ ਇਹ ਕੋਸ਼ਿਸ਼ ਹੁੰਦੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰੇ ਅਤੇ ਆਪਣੀ ਜਿਹੜੀ ਸੱਤਾ ਹੈ ਉਹਨੂੰ ਪ੍ਰਾਪਤ ਕਰ ਸਕੇ, ਇਲੈਕਸ਼ਨਾਂ ਦੇ ਵਿੱਚ ਉਹਨੂੰ ਬਹੁਮਤ ਮਿਲੇ। ਇਸ ਦੇ ਥਰੂ ਹੁੰਦਾ ਕੀ ਹੈ, ਉਹ ਕੋਸ਼ਿਸ਼ ਕਰਦੇ ਜਿਹੜੀ ਵੀ ਸੱਤਾ ਪ੍ਰਾਪਤ ਕਹਿ ਲਓ ਕਿ ਸ਼ਾਸਨ ਪ੍ਰਣਾਲੀ ਸਾਡੀ ਹੁੰਦੀ ਹੈ ਜਾਂ ਸਰਕਾਰ ਹੁੰਦੀ ਹੈ, ਉਹ ਲੋਕਾਂ ਦੀਆਂ ਮੰਗਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੀ ਹੈ ਔਰ ਜਦੋਂ ਉਹ ਮੰਗਾਂ ਨੂੰ ਜਾਣ ਲੈਂਦੀ ਹੈ ਤਾਂ ਫਿਰ ਉਹ ਉਹਦੇ ਥਰੂ ਕੁਝ ਨਿਰਣੇ ਲੈਂਦੀ ਹੈ, ਕੁਝ ਡਿਸੀਜ਼ਨਸ ਲੈਂਦੀ ਹੈ ਔਰ ਉਹਨਾਂ ਡਿਸੀਜ਼ਨਸ ਦੇ ਅਕੋਰਡਿੰਗ ਹੀ ਨੀਤੀਆਂ ਦਾ ਨਿਰਮਾਣ ਕਰਦੀ ਹੈ। ਹੁਣ ਉਹ ਨੀਤੀਆਂ ਨੂੰ ਸਮਰਥਨ ਲੋਕਾਂ ਵੱਲੋਂ ਸਪੋਰਟ ਮਿਲਦੀ ਹੈ ਨਹੀਂ ਮਿਲਦੀ, ਇਹ ਥਰੂ ਦਾ ਕਮਿਊਨੀਕੇਸ਼ਨ ਜੇ ਕਹਿ ਲਓ ਸੰਚਾਰ ਦੇ ਮਾਧਿਅਮ ਰਾਹੀਂ TV ਦੇ ਥਰੂ ਜੋ ਵੀ ਨਿਊਜ਼ ਵਗੈਰਾ ਆਉਂਦੀਆਂ ਹਨ ਜਾਂ ਕਿਸੇ ਵੀ ਤਰੀਕੇ ਜੋ ਸਰਕਾਰ ਦੀਆਂ ਕਹਿ ਲਓ ਕਿ ਨੀਤੀਆਂ ਦਾ ਨਿਰਮਾਣ ਹੁੰਦਾ ਹੈ ਉਹਨਾਂ ਦੇ ਪ੍ਰਤੀ ਲੋਕਾਂ ਦੀ ਕੀ ਰਾਏ ਹੈ ਜਾਂ ਲੋਕ ਉਸ ਚੀਜ਼ ਤੋਂ ਸੰਤੁਸ਼ਟ ਹਨ ਕਿ ਨਹੀਂ ਹਨ, ਇਸ ਚੀਜ਼ ਦਾ ਸਮਰਥਨ ਪ੍ਰਾਪਤ ਕਰਨ ਲਈ ਕਹਿ ਲਓ ਕਿ ਉਹ ਜਦੋਂ ਲੋਕਾਂ ਤੱਕ ਗੱਲ ਸਾਰੀ ਸਰਕਾਰ ਦੀਆਂ ਨੀਤੀਆਂ ਪਹੁੰਚਦੀਆਂ ਹਨ ਫਿਰ ਉਹ ਆਪਣਾ ਸਮਰਥਨ ਦਿੰਦੇ ਹਨ ਔਰ ਇਸੇ ਤਰ੍ਹਾਂ ਇਹ ਪੂਰਾ ਸੰਚਾਰ ਦੇ ਮਾਧਿਅਮ ਦੇ ਥਰੂ ਲੋਕਾਂ ਦੀਆਂ ਜਿਹੜੀਆਂ ਮੰਗਾਂ ਉਹ ਸਰਕਾਰ ਤੱਕ ਪਹੁੰਚਦੀਆਂ ਰਹਿੰਦੀਆਂ। ਸਰਕਾਰ ਦੀਆਂ ਜੋ ਵੀ ਨਿਰਣੇ ਹਨ ਜਾਂ ਨੀਤੀਆਂ ਹਨ ਉਹ ਥਰੂ ਦਾ ਕਹਿ ਲਓ ਕਿ ਨਿਊਜ਼ ਕਹਿ ਲਓ, ਨਿਊਜ਼ਪੇਪਰ ਦੇ ਥਰੂ ਕਹਿ ਲਓ, ਸਾਰੀਆਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਰਹਿੰਦੀਆਂ ਹਨ ਅਤੇ ਇਸ ਤਰ੍ਹਾਂ ਜਿਹੜਾ ਰਾਜਨੀਤੀ ਦਾ ਵਾਤਾਵਰਨ ਹੈ, ਜਿਹੜਾ ਰਾਜਨੀਤੀ ਦਾ ਇਨਵਾਇਰਮੈਂਟ ਹੈ ਉਹਦੇ ਵਿੱਚ ਜਿਹੜਾ ਸੰਚਾਰ ਹੈ, ਕਮਿਊਨੀਕੇਸ਼ਨ ਹੈ ਉਹ ਹੁੰਦੀ ਰਹਿੰਦੀ ਹੈ ਔਰ ਉਹਦੇ ਅਕੋਰਡਿੰਗ ਸਰਕਾਰ ਜਿਹੜੀ ਹੈ ਉਹਨਾਂ ਨੂੰ ਫੀਡਬੈਕ ਦਿੰਦੀ ਰਹਿੰਦੀ ਹੈ ਜਾਂ ਲੋਕ ਉਹਨਾਂ ਨੂੰ ਫੀਡਬੈਕ ਦਿੰਦੇ ਰਹਿੰਦੇ ਹੈ ਕਿ ਹਾਂ ਵੀ ਵੀ ਆਰ ਨਾਟ ਸੈਟਿਸਫਾਈਡ ਵੀ ਅਸੀਂ ਸੰਤੁਸ਼ਟ ਨਹੀਂ ਹਾਂ ਸਰਕਾਰ ਦੁਆਰਾ ਬਣਾਈ ਗਈਆਂ ਨੀਤੀਆਂ ਤੋਂ, ਤਾਂ ਫਿਰ ਸਰਕਾਰ ਨੂੰ ਮੁੜ ਤੋਂ ਉਸ ਚੀਜ਼ ਬਾਰੇ ਸੋਚਣਾ ਪੈਂਦਾ ਹੈ ਜਾਂ ਸੋਚਦੀ ਹੈ। ਕਿਉਂਕਿ ਉਸਨੂੰ ਅਗਲੇ ਆਉਣ ਵਾਲੇ ਚੁਣਾਵਾਂ ਦੇ ਵਿੱਚ ਵੀ ਆਪਣੀ ਪਾਰਟੀ ਨੂੰ ਬਣਾਏ ਰੱਖਣਾ ਹੈ, ਸੱਤਾ ਨੂੰ ਬਣਾਏ ਰੱਖਣਾ ਹੈ, ਤਾਂ ਉਹ ਹਮੇਸ਼ਾ ਇਸ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਗਾਇਜ਼ ਉਮੀਦ ਕਰਦੇ ਹਾਂ ਤੁਹਾਨੂੰ ਇੱਥੋਂ ਤੱਕ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਔਰ ਜੇ ਤੁਹਾਨੂੰ ਸਮਝ ਆਇਆ ਹੈ ਤਾਂ ਜਲਦੀ ਹੀ ਮਿਲਾਂਗੇ ਆਪਣੀ ਨੈਕਸਟ ਵੀਡੀਓ ਨੂੰ ਲੈ ਕੇ, ਲੇਕਿਨ ਉਸ ਤੋਂ ਪਹਿਲਾਂ ਇਹ ਵੀਡੀਓ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਜਿੰਨਾ ਜ਼ਿਆਦਾ ਹੋ ਸਕੇ ਆਪਣੇ ਅੱਛੇ ਕਮੈਂਟਸ ਤੋਂ। ਔਰ ਅਗਰ ਤੁਹਾਨੂੰ ਕੋਈ ਇਸ ਲੈਸਨ ਦੇ ਵਿੱਚੋਂ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਉਹ ਵੀ ਕਮੈਂਟ ਦੇ ਵਿੱਚ ਆਪਣੇ ਕੁਐਸਚਨਸ ਨੂੰ ਪੁੱਟ ਕਰੋ ਤਾਂ ਕਿ ਮੈਨੂੰ ਇਸ ਚੀਜ਼ ਦਾ ਪਤਾ ਚੱਲ ਸਕੇ ਔਰ ਉਸ ਦੇ ਅਕੋਰਡਿੰਗ ਅਸੀਂ ਨੈਕਸਟ ਵੀਡੀਓ ਨੂੰ ਬਣਾ ਸਕੀਏ। ਮਿਲਦੇ ਹਾਂ ਗਾਇਜ਼ ਨੈਕਸਟ ਵੀਡੀਓ ਨੂੰ ਲੈ ਕੇ। ਓਕੇ ਗਾਇਜ਼, ਬਾਏ।